उत्ते देखो तुसी अज तुहाडा नैट भी दस रहा मौसम विभाग भी रात नूं अज 80 तो 60 तो 80% बारिश। जे मीह पै गया रात नूं किसान की सारी मेहनत ते पानी फिर जाना। इहनूं कहंदे जे गल तां बनी मेहनत ते पानी फिर गया। हुण ये मूँहों नहीं कह सकते अधिकारी अफसर जिहड़े मूँहों नहीं कह सकते कुछ, पर इन्होंने कहा भी असीं कोशिश कर रहे हैं कि कल तक असीं बारदाना पहुँचा देंगे। वड्डा कारण ये आ देखो भी हर साल कणक आउंदी आ, कणक आउंदी मंडियां च ਉਹਦੀ होमवर्क करना हुंदा, प्रिपेयर तैयारियां करनियां हुंदियां। सरकार ने तैयारियां नहीं कीतियां। हुण कणक आ गई 10 दिन हो गए मंडियां च ना बारदाना ना लिफ्टिंग हो रही है ना पेमेंट। देखो हुण आड़तीए मंडी च 50 आड़तीए है 100 आड़तीए है ਜਿਹੜੇ ਤਾਂ ਅਫਸਰਾਂ ਦੇ ਖਾਸਮ ਖਾਸ ਆ ਆੜਤੀਏ, ਉਹਨਾਂ ਨੂੰ ਪ੍ਰਬੰਧ ਕਰਕੇ ਦਿੱਤੇ ਜਾ ਰਹੇ ਦੋ ਚਾਰਾਂ ਨੂੰ, ਬਾਕੀ ਵਿਚਾਰੇ ਹੱਥੇ ਹੱਥ ਧਰ ਕੇ ਬੈਠੇ ਹੋ। ਨਮਸਕਾਰ ਜੀ, ਹੌਟ ਨਿਊਜ਼ ਇੰਡੀਆ ਤੇ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਜਲੰਧਰ ਸ਼ਹਿਰ ਦੇ ਫੂਡ ਸਪਲਾਈ ਦਫ਼ਤਰ ਦੇ ਵਿੱਚ, ਜਿੱਥੇ ਪਵਨ ਕੁਮਾਰ ਟੀਨੂ ਜੀ ਤੇ ਕੁਝ ਆੜਤੀਏ ਜਿਹੜੇ ਆ ਉਹ ਆ ਕੇ ਦਫ਼ਤਰ ਦੇ ਬਾਹਰ ਮੰਜੀ ਢਾਹ ਕੇ ਬੈਠੇ ਨੇ। ਕੀ ਕਾਰਨ ਹੈ ਕਿ ਉਹਨਾਂ ਨੂੰ ਅੱਜ ਮੰਜੀ ਢਾਹ ਕੇ ਇਸ ਦਫ਼ਤਰ ਦੇ ਬਾਹਰ ਬੈਠਣਾ ਪਿਆ? ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਪੂਰਾ ਮਾਮਲਾ। ਹਾਂਜੀ ਨਮਸਕਾਰ ਸਰ। ਨਮਸਕਾਰ। ਹਾਂਜੀ ਸਰ, ਅੱਜ ਆਪਾਂ ਇੱਥੇ ਮੰਜੀ ਢਾਹ ਕੇ ਤੁਸੀਂ ਬੈਠੇ ਹੋ, ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ? ਵੱਡਾ ਕਾਰਨ ਇਹ ਆ ਦੇਖੋ ਵੀ ਹਰ ਸਾਲ ਕਣਕ ਆਉਂਦੀ ਆ, ਕਣਕ ਆਉਂਦੀ ਮੰਡੀਆਂ 'ਚ ਉਹਦੀ ਹੋਮਵਰਕ ਕਰਨਾ ਹੁੰਦਾ, ਪ੍ਰਿਪੇਅਰ ਤਿਆਰੀਆਂ ਕਰਨੀਆਂ ਹੁੰਦੀਆਂ। ਸਰਕਾਰ ਨੇ ਤਿਆਰੀਆਂ ਨਹੀਂ ਕੀਤੀਆਂ। ਸਰਕਾਰ ਦਾ ਧਿਆਨ ਪਤਾ ਨਹੀਂ ਕਿੱਧਰ ਨੂੰ ਲੱਗਾ। ਹੁਣ ਕਣਕ ਆ ਗਈ 10 ਦਿਨ ਹੋ ਗਏ ਮੰਡੀਆਂ 'ਚ ਨਾ ਬਾਰਦਾਨਾ ਨਾ ਲਿਫਟਿੰਗ ਹੋ ਰਹੀ ਆ ਨਾ ਪੇਮੈਂਟ ਆ ਰਹੀ ਆ। ਪਿਕ ਐਂਡ ਚੂਜ਼ ਹੋ ਰਿਹਾ, ਉੱਥੇ ਵਿਤਕਰੇਬਾਜ਼ੀ ਹੋ ਰਹੀ ਆ। ਵਿਤਕਰੇਬਾਜ਼ੀ ਮਤਲਬ ਤੁਹਾਨੂੰ ਕਿਸ ਚੀਜ਼ ਤੋਂ ਮਹਿਸੂਸ ਹੁੰਦਾ ਕਿ ਵਿਤਕਰਾ ਹੋ ਰਿਹਾ? ਦੇਖੋ ਹੁਣ ਆੜਤੀਏ ਮੰਡੀ 'ਚ 50 ਆੜਤੀਏ ਆ 100 ਆੜਤੀਏ ਆ ਜਿਹੜੇ ਤਾਂ ਅਫਸਰਾਂ ਦੇ ਖਾਸਮ ਖਾਸ ਆ ਆੜਤੀਏ, ਉਹਨਾਂ ਨੂੰ ਪ੍ਰਬੰਧ ਕਰਕੇ ਦਿੱਤੇ ਜਾ ਰਹੇ ਦੋ ਚਾਰਾਂ ਨੂੰ, ਬਾਕੀ ਵਿਚਾਰੇ ਹੱਥੇ ਹੱਥ ਧਰ ਕੇ ਬੈਠੇ। ਉਹ ਤਰਲੇ ਕੱਢਦੇ ਆ ਸਾਨੂੰ ਬਾਰਦਾਨਾ ਦੇ ਦਿਓ, ਸਾਨੂੰ ਸਾਡੀ ਲਿਫਟਿੰਗ ਕਰਾ ਦਿਓ, ਸਾਨੂੰ ਪੇਮੈਂਟ ਕਰਾ ਦਿਓ। ਕੁਛ ਨਹੀਂ ਹੋ ਰਿਹਾ। ਇਸ ਕਰਕੇ ਉਹ ਮੈਂ 2-3 ਦਿਨ ਤੋਂ ਲੱਗਾ ਸੀ ਅਧਿਕਾਰੀਆਂ ਨਾਲ ਗੱਲ ਕਰਨ ਵੀ ਤੁਸੀਂ ਇਹ ਥੱਲੇ ਇੰਸਪੈਕਟਰਾਂ ਨੂੰ ਕਹੋ ਵੀ ਇੱਦਾਂ ਨਾ ਕਰੋ, ਵੀ ਸਭ ਨੂੰ ਬਰਾਬਰ ਦਿਓ, ਜਿੰਨਾ ਬਾਰਦਾਨਾ ਆਉਂਦਾ ਦਿਓ ਬਰਾਬਰ, ਨਹੀਂ ਦਿੱਤਾ ਜਾ ਰਿਹਾ। ਹੁਣ ਆਏ ਆ ਇਹਨਾਂ ਕੋਲ ਆਣ ਕੇ ਆਪਣੀ ਦਿੱਕਤ ਦੱਸੀ ਆ ਤੇ ਉਹ ਕਹਿੰਦੇ ਜੀ ਅਸੀਂ ਕੱਲ੍ਹ ਤੱਕ ਕਰਾ ਦਿਆਂਗੇ। ਹੁਣ ਨਾ ਬਾਰਦਾਨਾ ਨਾ ਪੇਮੈਂਟ ਨਾ ਲਿਫਟਿੰਗ। ਜਿਹੜੀਆਂ ਛੋਟੀਆਂ ਮੰਡੀਆਂ ਨਾ, ਜਿੱਦਾਂ ਬਹੁਦੀਨਪੁਰ ਮੰਡੀ ਆ, ਢਡੌਰ ਮੰਡੀ ਆ, ਘੁਆਲਾ ਮੰਡੀ ਆ, ਆਪਣੇ ਲਾਦੜੇ ਵਾਲੀ ਮੰਡੀ ਆ, ਉਹ ਵਿਚਾਰੇ ਆਪਣਾ ਮਾਲ ਚੱਕ ਕੇ ਕਣਕ ਚੱਕ ਕੇ ਆਈ ਜਾਂਦੇ। ਭੋਗਪੁਰ ਵੱਡੀ ਮੰਡੀ ਨੂੰ ਆਦਮਪੁਰ ਜਦੋਂ ਉੱਥੇ ਆਉਂਦੇ ਉੱਥੇ ਉਹੀ ਹਾਲ, ਫਿਰ ਉੱਥੇ ਵੀ ਨਹੀਂ ਖਰੀਦ ਹੋ ਰਹੀ, ਉੱਥੇ ਵੀ ਕੋਈ ਪ੍ਰਬੰਧ ਨਹੀਂ ਹੋ ਰਹੇ। ਸਰ ਹੁਣ ਅੱਜ ਤੁਸੀਂ ਇੱਥੇ ਆਏ ਹੋ ਅਧਿਕਾਰੀਆਂ ਦੇ ਕੋਲ ਆਪਣੀ ਮੰਗ ਲੈ ਕੇ, ਉਹਨਾਂ ਨੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਆਸ਼ਵਾਸਨ ਕੀ ਦਿੱਤਾ ਕਿ ਕੀ ਮਤਲਬ ਕਿ ਇਸ ਤੇ ਕੀ ਕਾਰਵਾਈ ਕੀਤੀ ਜਾਏਗੀ? ਦੇਖੋ ਅਫਸਰ ਤਾਂ ਆਸ਼ਵਾਸਨ ਦਿੰਦੇ ਹੀ ਹੁੰਦੇ, ਤੁਹਾਨੂੰ ਪਤਾ ਹੀ ਆ। ਪ੍ਰਬੰਧ ਨਹੀਂ ਕੀਤੇ ਗੌਰਮੈਂਟ ਨੇ। ਹੁਣ ਇਹ ਮੂੰਹੋਂ ਨਹੀਂ ਕਹਿ ਸਕਦੇ ਅਧਿਕਾਰੀ ਅਫਸਰ ਜਿਹੜੇ ਮੂੰਹੋਂ ਨਹੀਂ ਕਹਿ ਸਕਦੇ ਕੁਝ ਵੀ, ਪਰ ਇਹਨਾਂ ਨੇ ਕਿਹਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕੱਲ੍ਹ ਤੱਕ ਅਸੀਂ ਬਾਰਦਾਨਾ ਪਹੁੰਚਾ ਦੇਵਾਂਗੇ। ਆ ਜਿਹੜੀਆਂ ਮੰਡੀਆਂ ਦਾ ਮੈਂ ਨਾਂ ਲਿਆ, ਕੱਲ੍ਹ ਤੱਕ ਜਿਹੜੀ ਆ ਲਿਫਟਿੰਗ ਵੀ ਹੋ ਜਾਊਗੀ ਤੇ ਕੱਲ੍ਹ ਤੱਕ ਕਹਿੰਦੇ ਪੇਮੈਂਟ ਵੀ ਆ ਜਾਊਗੀ। ਪਰ ਮੈਨੂੰ ਉਮੀਦ ਕੋਈ ਨਹੀਂ, ਨਾ ਪੇਮੈਂਟ ਦੀ ਨਾ ਲਿਫਟਿੰਗ ਦੀ। ਕਿਉਂਕਿ ਇਹਨਾਂ ਨੇ ਪ੍ਰਬੰਧ ਨਹੀਂ ਕੀਤੇ। ਇਹ ਪ੍ਰਬੰਧ ਐਡਵਾਂਸ ਕਰਨੇ ਪੈਂਦੇ ਆ। ਹੁਣ ਉੱਤੇ ਦੇਖੋ ਤੁਸੀਂ ਅੱਜ ਤੁਹਾਡਾ ਨੈਟ ਵੀ ਦੱਸ ਰਿਹਾ ਮੌਸਮ ਵਿਭਾਗ ਵੀ ਰਾਤ ਨੂੰ ਅੱਜ 60 ਤੋਂ 80% ਬਾਰਿਸ਼ ਹੈ। ਜੇ ਮੀਂਹ ਪੈ ਗਿਆ ਰਾਤ ਨੂੰ ਕਿਸਾਨ ਦੀ ਸਾਰੀ ਮਿਹਨਤ ਤੇ ਪਾਣੀ ਫਿਰ ਜਾਣਾ। ਇਹਨੂੰ ਕਹਿੰਦੇ ਇਹ ਗੱਲ ਤਾਂ ਬਣੀ ਮਿਹਨਤ ਤੇ ਪਾਣੀ ਫਿਰ ਗਿਆ। ਮਾਲ ਉਹਨਾਂ ਦਾ ਮੰਡੀਆਂ 'ਚ ਪਿਆ, ਮੀਂਹ ਪੈ ਗਿਆ, ਪਾਣੀ ਫਿਰ ਗਿਆ, ਕਣਕ ਖਰਾਬ ਹੋ ਜਾਣੀ ਆ। ਫਿਰ ਸਰਕਾਰ ਨੇ ਕਹਿਣਾ ਜੀ ਇਹ ਤਾਂ ਚੱਕਣੀ ਨਹੀਂ, ਇਹਦਾ ਤਾਂ ਭਾਅ ਡਾਊਨ ਕਰੋ ਜੀ। ਕੀ ਕਰਨਗੇ ਉਹ ਵਿਚਾਰੇ? ਆਹ ਮੁਸ਼ਕਿਲ ਆ। ਤਾਂ ਕਰਕੇ ਮਜਬੂਰ ਹੋ ਕੇ ਤੁਹਾਡੇ ਕੋਲ ਆਣ ਕੇ ਮੰਜੀ ਡਾਈ। ਇੱਥੇ ਜਲੰਧਰ 'ਚ ਮੰਜੀ ਡਾਉਣ ਦਾ ਮਕਸਦ ਪਤਾ ਕੀ ਆ? ਸਰਕਾਰ ਕਹਿੰਦੀ ਮੰਡੀ, ਕਿਸਾਨਾਂ ਨੂੰ ਕਹਿੰਦੀ ਮੰਡੀ 'ਚ ਡਾਓ ਮੰਜੀ, ਉਹ ਉੱਥੇ ਪਤਾ ਨਹੀਂ ਲੱਗਦਾ। ਇੱਥੇ ਤੁਹਾਡੇ ਕੋਲ ਅਸੀਂ ਆਏ ਆ, ਤੁਹਾਡੀ ਮਦਦ ਲੈਣ ਵਾਸਤੇ ਆਏ ਆ, ਤਾਂ ਕਿ ਇੱਥੇ ਸਰਕਾਰ ਜਾਗੇ, ਇੱਥੇ ਸਾਰੇ ਸ਼ਹਿਰਾਂ ਦੇ ਲੋਕਾਂ ਨੂੰ ਪਤਾ ਲੱਗੇ ਵੀ ਸਰਕਾਰ ਕਰ ਕੀ ਰਹੀ ਆ, ਕਿਸਾਨ ਦਾ ਹਾਲ ਕੀ ਆ। ਤਾਂ ਆਏ ਇੱਥੇ ਅਸੀਂ, ਤਾਂ ਦਫ਼ਤਰ 'ਚ ਆਏ ਆ। ਤੇ ਇਹਨਾਂ ਨੇ ਆਸ਼ਵਾਸਨ ਤਾਂ ਦੇ ਦਿੱਤਾ, ਪਰ ਉਮੀਦ ਨਹੀਂ ਲੱਗਦੀ ਮੈਨੂੰ ਕੋਈ। ਕੱਲ੍ਹ ਨੂੰ ਫਿਰ ਬੈਠਾਂਗੇ ਆਣ ਕੇ। ਇੱਕ ਕਿਸਮ ਦਾ ਧਰਨਾ ਜਿਹੜਾ ਆ ਉਹ ਤੁਸੀਂ ਲਗਾ ਰਹੇ ਹੋ ਇੱਥੇ? ਧਰਨਾ ਹੀ ਕਹਿ ਲਓ। ਹੁਣ ਕਰੀਏ ਕੀ ਦੱਸੋ? ਕੀ ਕਰੀਏ? ਹੱਲ ਕੀ ਆ? ਇਹ ਹੁਣ ਕਹਿੰਦੇ ਆ, ਹੁਣ ਅਸੀਂ ਅੰਦਰ ਗਏ ਸੀ, ਉਹ ਕਹਿੰਦੇ ਜੀ ਆੜਤੀਏ ਆਪਣੇ ਕੋਲੋਂ ਤੁਸੀਂ ਬਾਰਦਾਨਾ ਖਰੀਦ ਲਓ।
ਇਹਨਾਂ ਦਾ ਤਾਂ ਪਿਛਲੇ 2 ਸਾਲ ਤੋਂ ਇਹਨਾਂ ਦੀ ਜਿਹੜੀ ਕਮਿਸ਼ਨ ਬਣਦੀ ਹੁੰਦੀ ਉਹ ਨਹੀਂ ਮਿਲੀ। 2 ਸਾਲ ਹੋ ਗਏ। ਹੁਣ ਇਹ ਕਿੱਥੋਂ ਲਿਆਉਣ ਪੈਸੇ, ਕਿੱਥੋਂ ਮੰਗਣ? ਅੱਜ ਕੱਲ੍ਹ ਮਾਰਕੀਟ ਦਾ ਇੰਨਾ ਬੁਰਾ ਹਾਲ ਆ, ਕੋਈ ਉਧਾਰ ਦੇਣ ਨੂੰ ਤਿਆਰ ਨਹੀਂ। ਹੁਣ ਇਹ ਕਿੱਥੋਂ ਬਾਰਦਾਨਾ ਖਰੀਦਣ? 2 ਸਾਲ ਦੇ ਪਹਿਲਾਂ ਹੀ ਨਹੀਂ ਕਮਿਸ਼ਨ ਦੇ ਪੈਸੇ ਆਏ। ਬੇਵਿਸ਼ਵਾਸੀ ਆ ਲੋਕਾਂ ਦੀ ਸਰਕਾਰ ਪ੍ਰਤੀ। ਇਹਨਾਂ ਦੇ ਨਾਲ ਸਾਡੇ ਨਾਲ ਆੜਤੀਏ ਜਿਹੜੇ ਆ ਉਹ ਵੀ ਇੱਥੇ ਮੌਜੂਦ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਕੋਲੋਂ ਵੀ ਜਾਣਦੇ ਆ ਜੀ। ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ 'ਚ? ਅਸੀਂ ਤਾਂ ਇਹ ਕਹਿੰਦੇ ਆ ਜੀ, ਸਾਡਾ ਕਦੇ ਖਰੀਦ ਹੋਵੇ, ਸਾਨੂੰ ਬਾਰਦਾਨਾ ਦੇਣ ਤਾਂ ਕਿ ਅਸੀਂ ਖਰੀਦ ਕਰਾਈਏ ਸਰਕਾਰ ਨੂੰ, ਤਾਂ ਜ਼ਿਮੀਂਦਾਰ ਨੂੰ ਉਹਦੇ ਪੈਸੇ ਮਿਲਣ। ਤਾਂ ਸਰਕਾਰ ਕਿਹੜੇ ਡੀਐਮ ਸਾਹਿਬ ਆ, 5-7 ਮਹਿਕਮੇ ਦੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ, ਉਹ ਕਹਿੰਦੇ ਜੀ ਬਾਰਦਾਨਾ ਸਾਡੇ ਤੋਂ ਹੈ ਨਹੀਂ। ਬਾਰਦਾਨਾ ਆੜਤੀ ਆਪਣੇ ਕੋਲੋਂ ਲਾਵੇ। ਆੜਤ ਤਾਂ ਮਿਲਣੀ ਸਾਨੂੰ 45-46 ਰੁਪਏ ਜੀ, ਤਾਂ ਬਾਰਦਾਨਾ ਬਣਦਾ ਜੀ ਕੁਇੰਟਲ ਦਾ 84 ਰੁਪਏ। ਸਾਨੂੰ ਤਾਂ ਹਾਲੇ 2019 ਦੀ ਆੜਤ ਨਹੀਂ ਮਿਲੀ, ਲੋਡਿੰਗ ਨਹੀਂ ਮਿਲੀ, ਤਾਂ ਅਸੀਂ ਕਿੱਥੋਂ ਪੈਸੇ ਲਾ ਦਈਏ ਇਹਨੇ? 84 ਰੁਪਏ ਅਸੀਂ ਆਪਣੇ ਕੋਲੋਂ ਪਰ ਕੁਇੰਟਲ ਦੇ ਲਾ ਕੇ ਅਸੀਂ ਮੈਡਮ ਕਿੱਥੇ ਜਾਣਾ? ਅਸੀਂ ਇਸ ਕਰਕੇ ਅੱਜ ਇਸ ਆਫਿਸ ਦੇ ਵਿੱਚ ਮੰਜੀਆਂ ਡਾਈਆਂ, ਕਿਉਂਕਿ ਸਾਨੂੰ ਜਿੱਦਣ ਦੀ ਇਹ ਮੰਡੀ ਸ਼ੁਰੂ ਹੋਈ ਆ 10 ਤਰੀਕ ਦੀ, ਉਦੋਂ ਤੋਂ ਹੀ ਨਾ ਤਾਂ ਸਾਨੂੰ ਪ੍ਰੋਪਰ ਸਹੀ ਢੰਗ ਨਾਲ ਬਾਰਦਾਨਾ ਮਿਲ ਰਿਹਾ, ਨਾ ਸਾਡੀ ਮੰਡੀਆਂ ਦੀ ਲਿਫਟਿੰਗ ਹੋ ਰਹੀ ਆ। ਉਹਦੇ ਵਿੱਚ ਆਦਮਪੁਰ ਦੀ ਮੰਡੀ, ਢਿਡੌਰ ਮੰਡੀ, ਭੋਪੁਰ ਦੀ ਮੰਡੀ, ਬੋਦੀਪੁਰ ਦੀ ਮੰਡੀ, ਇਹ ਸਾਰੀਆਂ ਮੰਡੀਆਂ 'ਚ ਕੋਈ ਵੀ ਚੰਗੀ ਤਰ੍ਹਾਂ ਪ੍ਰੋਪਰ ਸਾਨੂੰ ਬਾਰਦਾਨਾ ਨਹੀਂ ਮਿਲਦਾ, ਨਾ ਲਿਫਟਿੰਗ ਹੁੰਦੀ ਆ। ਜੇ ਅਸੀਂ ਆਪਣੇ ਇੰਸਪੈਕਟਰ ਦੇ ਏਰੀਆ ਦੇ ਕੋਲ ਜਾਂਦੇ ਹੈਗੇ ਆ, ਉਹ ਸਾਨੂੰ ਇਹ ਭਰੋਸਾ ਦੇ ਦਿੰਦਾ ਸਵੇਰ ਨੂੰ ਤੁਹਾਡੇ ਕੋਲ ਗੱਡੀ ਆ ਜਾਏਗੀ ਬਾਰਦਾਨੇ ਦੀ, ਸ਼ਾਮ ਨੂੰ ਆ ਜਾਏਗੀ। ਅਸੀਂ ਇਹ ਵੀ ਕਿਹਾ ਵੀ ਸਾਨੂੰ ਚਾਹੇ ਜਲੰਧਰ ਤੋਂ ਕਰ ਦਿਓ ਤੁਸੀਂ, ਹੈ ਨਾ, ਸਾਨੂੰ ਦੇ ਦਿਓ, ਅਸੀਂ ਆਪਣੀ ਗੱਡੀ ਜਾ ਕੇ ਬਾਰਦਾਨਾ ਲੈ ਆਉਂਦੇ। ਪਰ ਨਹੀਂ, ਸਾਨੂੰ ਬਾਰਦਾਨਾ ਨਹੀਂ ਮਿਲ ਰਿਹਾ। ਅਸੀਂ ਬੜੇ ਪਰੇਸ਼ਾਨ ਹਾਂ, ਜਿੰਨੇ ਵੀ ਆੜਤੀ ਹੈਗੇ ਆ। ਜੇ ਹੁਣ ਸਾਨੂੰ ਇਹ ਆਪਣੇ ਕੋਲੋਂ ਕਹਿੰਦੇ ਵੀ ਤੁਸੀਂ ਜਿਹੜਾ 20 ਕਲਾਸ ਦਾ ਬਾਰਦਾਨਾ ਵੀ ਜਾਂ ਤੁਸੀਂ ਆਪ ਖਰੀਦ ਲਓ ਨਾ, ਪਰ ਅਸੀਂ ਖਰੀਦੀਏ ਕਿੱਦਾਂ, ਹੈ ਨਾ? ਤੇ ਹੁਣ ਤੁਹਾਡੀ ਮੰਗ ਜਿਹੜੀ ਉਹ ਕੀ ਹੈ ਸਰਕਾਰ ਦੇ ਅੱਗੇ? ਮੰਗ ਤਾਂ ਸਾਡੀ ਇਹੀ ਆ, ਜਿਹੜਾ ਕਿਸਾਨ ਮੰਡੀਆਂ ਦੇ ਵਿੱਚ ਬੈਠਾ ਉਹਨਾਂ ਦੀ ਫਸਲ ਢੇਰੀਆਂ ਉੱਦਾਂ ਹੀ ਪਈਆਂ ਹੈਗੀਆਂ, ਬਾਰਦਾਨੇ ਤੋਂ ਬਿਨਾਂ ਢੇਰੀ ਉੱਦਾਂ ਹੀ ਪਈ ਹੈਗੀ ਆ। ਉੱਤੋਂ ਮੌਸਮ ਵੀ ਖਰਾਬ ਆ ਨਾ, ਮੌਸਮ ਕਿੰਨੇ % ਆ ਇਹ ਮੀਂਹ ਦੱਸਿਆ, 80% ਮੀਂਹ ਦੱਸਿਆ ਹੈ। ਜੇਕਰ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ ਨਹੀਂ ਕੀਤਾ ਤਾਂ ਫਿਰ ਤੁਸੀਂ ਕੀ ਨੈਕਸਟ ਕੀ ਕਰੋਗੇ ਤੁਸੀਂ? ਬਸ ਅਸੀਂ ਇੱਥੇ ਮੰਜੀਆਂ ਢਾਹ ਕੇ ਬੈਠਾਂਗੇ, ਕੀ ਕਰਨਾ ਕੀ ਹੈ ਫਿਰ, ਜਦ ਸਾਡੀ ਫਸਲ ਹੀ ਨਹੀਂ ਚੱਕ ਹੁੰਦੇ ਕਿਸਾਨ ਦੇ। ਤੇ ਅੱਜ ਤਾਂ ਅਸੀਂ 2 ਮੰਜੇ ਲਿਆਏ ਹੈਗੇ ਆ, ਕੱਲ ਨੂੰ ਕਾਫੀ ਮੰਜੇ ਲਿਆ ਕੇ ਅਸੀਂ ਇੱਥੇ ਬੈਠਾਂਗੇ, ਤੇ ਕੀ ਕਰ ਸਕਦੇ ਆ? ਮੈਡਮ ਮੰਡੀਆਂ 'ਚ ਤਾਂ ਖਰੀਦ ਹੈ ਨਹੀਂ, ਜੇ ਖਰੀਦ ਹੀ ਹੈ ਨਹੀਂ ਤਾਂ ਫਿਰ ਇੱਥੇ ਬਹਿ ਜਾਵਾਂਗੇ ਆ ਕੇ, ਕਮ ਸੇ ਕਮ ਅਫਸਰਾਂ ਦੀ ਨਿਗਾਹ 'ਚ ਤਾਂ ਹੋਵਾਂਗੇ ਵੀ ਇਹ ਵਿਹਲੇ ਬੈਠੇ, ਇਹਨਾਂ ਦਾ ਕੁਝ ਅਫਸਰਾਂ ਨੂੰ ਸਾਡੇ ਰਹਿਣ ਤੇ ਕੋਈ ਟੈਨਸ਼ਨ ਤਾਂ ਇੱਥੇ ਬ੍ਰੇਨ 'ਚ ਆਊਗੀ, ਹੈ ਨਾ, ਵੀ ਇਹ ਕਾਹਤੇ ਮੰਜੀਆਂ ਢਾਹ ਕੇ ਬੈਠੇ ਆ ਨਾ, ਕੀ ਚਾਹੁੰਦੇ ਕੀ ਆ ਇਹ? ਆ ਦੇਖੋ ਤੁਹਾਡੇ ਸਾਹਮਣੇ ਨੇਰੀ ਚੱਲ ਪਈ ਆ। ਸੋ ਤੁਸੀਂ ਸੁਣਿਆ ਕਿ ਪਵਨ ਕੁਮਾਰ ਟੀਨੂ ਜੀ ਤੇ ਉਹਨਾਂ ਦੇ ਨਾਲ ਆਏ ਹੋਏ ਆੜਤੀਏ ਜਿਹੜੇ ਸਰਕਾਰ ਦੀ ਇਸ ਧੱਕੇਸ਼ਾਹੀ ਤੋਂ ਬੇਹੱਦ ਪਰੇਸ਼ਾਨ ਨੇ। ਬਾਰਦਾਨਾ ਨੂੰ ਲੈ ਕੇ, ਲਿਫਟਿੰਗ ਨੂੰ ਲੈ ਕੇ ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉੱਚ ਅਧਿਕਾਰੀਆਂ ਦੇ ਕੋਲ ਲੈ ਕੇ ਆਏ ਨੇ। ਵੇਖਦੇ ਹਾਂ ਕਿ ਇਹਨਾਂ ਦੀਆਂ ਇਹ ਮੰਗਾਂ ਜਿਹੜੀਆਂ ਆ, ਇਹਨਾਂ ਨੂੰ ਉੱਚ ਅਧਿਕਾਰੀ ਵਾਕਈ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕਰ ਪਾਉਂਦੇ ਆ ਜਾਂ ਨਹੀਂ ਪਾਉਂਦੇ, ਤਾਂ ਨੈਕਸਟ ਇਹਨਾਂ ਦਾ ਐਕਸ਼ਨ ਕੀ ਹੋਊਗਾ? ਹੌਟ ਨਿਊਜ਼ ਇੰਡੀਆ ਸਮੇਂ ਸਿਰ ਤੁਹਾਨੂੰ ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਪਹੁੰਚਾਉਂਦਾ ਰਹੇਗਾ। ਤਦ ਤੱਕ ਮੈਨੂੰ ਸੁਮਨਦੀਪ ਕੌਰ ਨੂੰ ਦਿਓ ਇਜਾਜ਼ਤ ਜੀ, ਧੰਨਵਾਦ।